अस्सलाम वालेकुम। वालेकुम सलाम जी। अंकल जी की नाम जनाब दा? मोहम्मद हनीफ जी। हनीफ साहब ए केड़ा इलाका है? ये जिला उकाड़ा है, जिला उकाड़ा दा ਚੱਕ है 40 जीडी रापुर। सर तुसी किन्ने अरसे तू वच्छा फार्मिंग करदे हो बे? ये सर सानू तकरीबन 2 सीजन हो गए ने जी। इस तो पहले किन्ने फ्लाग तुसी सेल कीते ने तैयार करके? तकरीबन 4 फ्लाग तैयार कीते ने। माशाल्लाह। ते तुहाडा तजर्बा कैसा रहा है वच्छा फार्मिंग दा? तजर्बा अच्छा काम है जी, मेहनत ना रही है ना जी। ਜਿਹੜੇ ਤੁਸੀਂ 4 ਫਲਾਗ ਸੇਲ ਕੀਤੇ ਨੇ ਉਹ ਕਿੰਨੇ ਕਿੰਨੇ ਜਾਨਵਰਾਂ ਦੇ ਫਲਾਗ ਸਨ? ਤਕਰੀਬਨ 140 ਤੋਂ 50 ਕਿਲੋ ਦਾ। ਨਹੀਂ ਜਾਨਵਰ ਕਿੰਨੇ ਕਿੰਨੇ ਸਨ? ਜਾਨਵਰ ਪਹਿਲੀ ਦਫਾ ਅਸੀਂ 40 ਸੇਲ ਕੀਤੇ ਨੇ, ਦੂਸਰੀ ਦਫਾ ਅਸੀਂ 45 ਸੇਲ ਕੀਤੇ ਸੀ। ਅੱਛਾ ਤੁਸੀਂ ਇਹ ਦੱਸੋ ਕਿ ਵੱਛੇ ਕਿੱਧਰੋਂ ਲੈਂਦੇ ਹੋ? ਇਹ ਮੁxtਲਿਫ ਮੰਡੀਆਂ ਤੋਂ ਲਈਦੇ ਨੇ ਜੀ। ਅੱਛਾ ਇੱਧਰ ਆ ਝੰਗ ਵਾਲੀ ਸਾਈਡ ਤੇ ਮੱਲੂ ਮੋੜ ਹੈਗਾ ਨਾ, ਮੰਡੀ ਲੱਗਦੀ, ਉੱਥੋਂ ਆਈਦਾ। ਫਿਰ ਲਈਆ ਹੈਗਾ, ਲਈਏ ਦੇ ਵਿੱਚ ਇੱਕ ਮੰਡੀ ਲੱਗਦੀ ਹੈ, ਉੱਥੋਂ ਲਿਆਂਦੇ ਸੀ। ਤੇ ਕੁਛ ਤਕਰੀਬਨ ਆਪਣੇ ਏਰੀਆ 'ਚ ਵੀ ਲੈ ਲਈਦੇ ਨੇ, ਵਿੱਚ ਹੈਗੇ ਨੇ ਜਿਹੜੇ ਵੱਛੇ ਵਜ਼ਨ ਦੇ ਹਿਸਾਬ ਨਾਲ ਲੈਂਦੇ ਹੋ ਤੋਲ ਕੇ ਲੈਂਦੇ? ਅਸੀਂ ਵਜ਼ਨ ਦੇ ਹਿਸਾਬ ਨਾਲ ਅੰਦਾਜ਼ੇ ਨਾਲ ਹੀ ਲੈਣਾ, ਆਪਦਾ ਲੈਣਾ ਕਰਾਸ ਹੈ। ਕਰਾਸ ਕਿਹੜੀ ਕਰਾਸ ਦਾ ਲੈਂਦੇ ਹੋ? ਸਾਹੀਵਾਲ ਤੇ ਜਿਹੜਾ ਵਲੈਤੀ ਹੈ। ਸਾਹੀਵਾਲ ਤੇ ਵਲੈਤੀ ਕਰਾਸ ਹੀ ਕਿਉਂ ਲੈਂਦੇ ਹੋ? ਹੋਰ ਕੋਈ ਚੋਲਸਤਾਨੀ ਹੋ ਗਿਆ, ਫਰੀਜ਼ੀਅਨ ਹੋ ਗਏ ਵੱਛੇ? ਇਹ ਵਜ਼ਨ ਜ਼ਿਆਦਾ ਕਰਦਾ ਜੀ। ਸਾਡੇ ਇਲਾਕੇ 'ਚ ਚੋਲਸਤਾਨੀ ਤੇ ਦੇਸੀ ਸਾਹੀਵਾਲ ਚੱਲਦਾ। ਹਾਂ ਦੇਸੀ ਅਸੀਂ ਲੈਨੇ ਆ, ਦੇਸੀ ਸਾਨੂੰ ਲੱਭਦਾ ਹੀ ਨਹੀਂ ਦਾ। ਤੇ ਚੋਲਸਤਾਨੀ ਵੀ ਜ਼ਿਆਦਾ ਚੱਲਦਾ। ਤੇ ਫਿਰ ਤੁਹਾਡੇ ਇਲਾਕੇ ਕੀ ਮਸਲਾ? ਸਾਡੇ ਇਲਾਕੇ 'ਚ ਨਹੀਂ ਨਾ, ਉਹ ਚੋਲਸਤਾਨੀ ਹੈ ਹੀ ਨਹੀਂ ਦਾ। ਕੀ ਹੈਗਾ ਜੀ? ਤੁਸੀਂ ਕਿਹੜੇ ਇਲਾਕੇ ਦੇ? ਅੱਛਾ ਸਰ ਤੁਸੀਂ ਜ਼ਿਕਰ ਕੀਤਾ ਹੈ ਕਿ ਸਾਹੀਵਾਲ ਕਰਾਸ ਤੇ ਵਲੈਤੀ ਕਰਾਸ। ਹਾਂਜੀ। ਸਾਹੀਵਾਲ ਕਰਾਸ ਦੀ ਕੀ ਪਹਿਚਾਨ ਹੈ ਤੇ ਜਿਹੜਾ ਵਲੈਤੀ ਕਰਾਸ ਹੈ ਉਹਦੀ ਕੀ ਪਹਿਚਾਨ ਹੈ? ਪਹਿਚਾਨ ਤਾਂ ਹੁਣ ਤੁਸੀਂ ਵੀ ਕਰ ਲਓ ਜੀ। ਇਹ ਵੇਖੋ ਨਾ, ਇਹ ਕਰਾਸ ਖੜਾ ਹੈ। ਅੱਛਾ ਸਾਹੀਵਾਲ ਹੈ ਕਿ ਵਲੈਤੀ ਹੈ? ਇਹ ਵਲੈਤੀ ਕਰਾਸ ਹੈ। ਅੱਛਾ ਇਹ ਜਿਹੜਾ ਸਾਹਮਣੇ में? ਹਾਂਜੀ। ਤੇ ਜਿਹੜਾ ਸਾਹੀਵਾਲ ਕਰਾਸ ਹੈ ਹੈ? ਹੀ ਵਲੈਤੀ ਹੈ ਨਾ। ਠੀਕ ਹੈ। ਉਹ ਸਾਹੀਵਾਲ ਕਰਾਸ ਖੜਾ ਹੈ। ਉਹ ਡੱਬ ਖੜਾ ਪਾਇਦਾ। ਅੱਛਾ ਅੱਛਾ। ਅੱਛਾ ਸਰ ਆਪਣੀ ਖਰੀਦਦਾਰੀ ਦੇ ਮੁਤਲਕ ਦੱਸੋ, ਜਦੋਂ ਤੁਸੀਂ ਵੱਛਾ ਖਰੀਦਦੇ ਹੋ ਹਾਂਜੀ ਕਿਹੜੀਆਂ ਗੱਲਾਂ ਦਾ ਖਿਆਲ ਰੱਖਦੇ ਹੋ? ਵੱਛੇ ਵਿੱਚ ਕਿਹੜੀਆਂ ਚੀਜ਼ਾਂ ਵੇਖ ਕੇ ਤੁਸੀਂ ਵੱਛਾ ਲੈਂਦੇ ਹੋ? ਵੱਛਾ ਤੰਦਰੁਸਤ ਹੋਣਾ ਚਾਹੀਦਾ ਜੀ। ਵੱਛੇ ਦੀ ਤਕਰੀਬਨ 2 ਨਸਲ ਦਾ ਹੋਣਾ ਚਾਹੀਦਾ ਹੈ। ਦੇਸੀ ਦਾ ਖਾਸ ਲੱਭਦਾ ਹੀ ਨਹੀਂ ਹੈਗਾ। ਅੱਗੇ ਮੈਂ ਦੱਸਿਆ ਨਾ, ਕਰਾਸ ਹੋਵੇ, ਯਾਨੀ ਕੱਦ ਬੁੱਤ ਦਾ, ਕੁੱਦ ਖੁੱਲੇ ਹੱਡਾਂ ਪੈਰਾਂ ਦਾ ਹੋਵੇ, ਠੀਕ ਹੈ ਨਾ ਜੀ, ਸੋਹਣਾ ਹੋਵੇ। ਤੇ ਤਕਰੀਬਨ 100 ਕਿਲੋ ਤੋਂ ਜ਼ਿਆਦਾ ਵਜ਼ਨ ਦਾ ਵੱਛਾ ਲੈਣਾ। 100 ਕਿਲੋ ਉਹਦਾ ਗੋਸ਼ਤ ਜਾਂ ਜ਼ਿੰਦਾ? ਨਹੀਂ ਗੋਸ਼ਤ ਜੀ। ਗੋਸ਼ਤ ਕਮ ਸੇ ਕਮ 100 ਕਿਲੋ, ਯਾਨੀ ਕਿ ਟੋਟਲ ਉਹਦਾ ਵਜ਼ਨ ਜ਼ਿੰਦਾ 200 kg ਹੋਏ। 200 kg ਹੋਵੇ। 5 ਮਣ। 5 ਮਣ। ਅੱਛਾ ਇਸ ਤੋਂ ਜਿਹੜਾ ਕਮ ਵਜ਼ਨ ਦਾ ਉਹ ਨਹੀਂ ਬਿਹਤਰ? ਉਹ ਫਿਰ ਵਕਤ ਜ਼ਿਆਦਾ ਲੱਗਦਾ ਭਾਈ। ਜਿੱਦਾਂ ਛੋਟਾ ਹੋਵੇਗਾ ਨਾ, ਉਹਨੂੰ ਤਿਆਰ ਕਰਨ ਵਾਸਤੇ ਫਿਰ ਟਾਈਮ ਵੀ ਤੇ ਜ਼ਿਆਦਾ ਚਾਹੀਦਾ ਹੈ। ਤੇ 100 ਕਿਲੋ ਦਾ ਜਿਹੜਾ ਬੱਚਾ ਹੈ ਨਾ ਜੀ, ਇਹ ਤਕਰੀਬਨ ਨਾ ਨਾਰਮਲ ਹਾਲਤ ਵਿੱਚ ਹੀ ਆਪਦਾ ਵਧਣਾ ਸ਼ੁਰੂ ਕਰ ਲੈਂਦਾ। ਅੱਛਾ ਇਹ ਜਿਹੜਾ ਤੁਸੀਂ ਵੱਛਾ ਲੈਂਦੇ ਹੋ ਜਿਹਦਾ ਗੋਸ਼ਤ 100 ਕਿਲੋ ਵੇ, ਇਹ ਤੁਹਾਨੂੰ ਕਿੰਨੇ ਦਾ ਮਿਲ ਜਾਂਦਾ ਹੈ? ਇਹ 100 ਕਿਲੋ ਵਾਲਾ ਮਿਲਦਾ ਹੈ ਜੀ ਤਕਰੀਬਨ 48 ਦਾ, 47 ਦਾ, 45 ਤੋਂ ਬਾਹਰ ਹੀ। ਤੇ ਜਿਹੜੀ ਤੁਸੀਂ ਇਹਨਾਂ ਦੀ ਤਿਆਰੀ ਕਰਦੇ ਹੋ ਕਿੰਨੇ ਮਹੀਨੇ ਇਹਨਾਂ ਨੂੰ ਰੱਖ ਕੇ ਤਿਆਰ ਕਰਦੇ ਹੋ? ਇਹਨਾਂ ਨੂੰ 3 ਮਹੀਨੇ ਰੱਖ ਕੇ ਤਿਆਰ ਕਰੀਦਾ ਜੀ। 3 ਮਹੀਨੇ 'ਚ ਤਿਆਰ ਹੋ ਜਾਂਦੇ ਨੇ? ਹਾਂਜੀ। ਇਹਨਾਂ ਦੀ ਅੱਛੀ ਤਿਆਰੀ ਕਿੰਜ ਮੁਮਕਿਨ ਨੇ? ਇਹਨਾਂ ਨੂੰ ਕੀ ਖਿਲਾਇਆ ਪਿਲਾਇਆ ਜਾਏ ਤੇ ਇਹਨਾਂ ਦੀ ਅੱਛੀ ਤਿਆਰੀ ਹੁੰਦੀ ਹੈ? ਅੱਛੀ ਤਿਆਰੀ ਤੇ ਇਹਨਾਂ ਨੂੰ ਘਿਓ ਵੀ ਦੇਣਾ ਪੈਂਦਾ ਹੈ, ਤੇਲ ਵੀ ਦੇਣਾ ਪੈਂਦਾ ਹੈ, ਤੂੜੀ ਖਾ ਰਹੇ ਨੇ, ਬੰਡਾ ਖਾ ਰਹੇ ਨੇ, ਠੀਕ ਹੈ ਨਾ ਜੀ? ਹਾਂ। ਕਿਉਂ ਜੀ? ਆਲੂ ਤੇ ਜਿਹੜਾ ਅਸੀਂ ਪਾਉਂਦੇ ਨਹੀਂ ਹੈਗੇ, ਸਬਜ਼ ਚਾਰਾ ਬਹੁਤ ਘੱਟ ਪਾਣੇ, ਜ਼ਿਆਦਾ ਤੂੜੀ ਇਸਤੇਮਾਲ ਕਰਨੇ। ਤੇਲ ਤੇ ਘਿਓ ਕਿੰਨਾ ਦੇਣਾ ਹੈ, ਕਿੰਨੀ ਦਫਾ ਦੇਣਾ ਹੈ? ਤਕਰੀਬਨ 60 ਵੱਛਾ ਨਾ ਜੀ, ਇਹਨਾਂ ਨੂੰ ਇੱਕ ਟੀਨ ਤਾਂ ਇੱਕ ਰਾਤ ਚਾਹੀਦਾ ਨਾ ਜੀ। ਟੀਨ 16 kg? 16 kg ਤੇ ਉਹਦੇ ਵਿੱਚੋਂ ਕਿੰਨਾ ਆਵੇਗਾ ਤਕਰੀਬਨ? ਚਲੋ ਨਾਜ਼ਰੀਨ ਖੁਦ ਹੀ ਕਰ ਲੈਂਦੇ, ਹਿਸਾਬ ਲਗਾ ਲੈਂਦੇ। ਤੇ ਆ ਜਿਹੜਾ ਟੀਨ ਇਹਨਾਂ ਨੂੰ ਕਿੰਨੇ ਦਿਨ ਤੁਸੀਂ ਦੇਣਾ ਹੈ? ਤਕਰੀਬਨ ਇੱਕ ਦਿਨ ਛੱਡ ਕੇ ਦੂਸਰੇ ਦਿਨ ਨਾ, ਇੱਕ ਅੱਜ ਦਿੱਤਾ ਹੈ ਕੱਲ ਨੂੰ ਨਹੀਂ ਦੇਣਾ, ਪਰਸੋਂ ਨੂੰ ਫਿਰ ਦੇ ਦੇਣਾ। ਅੱਛਾ। ਤਕਰੀਬਨ 8 ਦਿਨ ਨਾ ਇਹ ਕੰਮ ਮਤਵਾਤਰ ਰੱਖਣਾ ਨਾ, ਤੇ ਆ ਜਾਏਗਾ 2-2 ਕਿਲੋ ਤਕਰੀਬਨ ਇਹਨਾਂ ਨੂੰ ਘਿਓ ਜਾਂ ਤੇਲ ਦੇ ਦੇਣਾ। ਅੱਛਾ ਯਾਨੀ ਕਿ 8 ਦਿਨ ਦੇਣਾ ਹੈ, ਉਂਝ ਇੱਕ ਦਿਨ ਛੱਡ ਕੇ ਦੇਣਾ ਹੈ? ਇੱਕ ਦਿਨ ਛੱਡ ਕੇ ਦੇਣਾ। 8 ਦਫਾ ਇਹਨਾਂ ਨੂੰ ਦੇਣਾ ਜਿਹੜਾ ਟੀਨ ਹੈ ਤੁਸੀਂ 16 kg ਦਾ 60 ਬੱਚਿਆਂ ਨੂੰ? 60 ਬੱਚਿਆਂ ਨੂੰ। ਟੋਟਲ ਬੱਚੇ 60 ਨੇ? ਟੋਟਲ ਬੱਚੇ 60। ਇਸ ਤੋਂ ਇਲਾਵਾ ਜਿਹੜੀ ਇਹਨਾਂ ਦੀ ਖੁਰਾਕ ਹੈ ਸਭ ਤੂੜੀ ਹੈ ਤੇ ਵੰਡਾ ਕਿਹੜੀ ਕੰਪਨੀ ਦਾ ਇਸਤੇਮਾਲ ਕਰਦੇ ਹੋ? ਵੰਡਾ ਅਸੀਂ ICI ਦਾ ਇਸਤੇਮਾਲ ਕਰ ਰਹੇ ਹਾਂ ਜੀ। ਰਿਜ਼ਲਟ ਅੱਛਾ ਹੈ? ਰਿਜ਼ਲਟ ਅੱਛਾ ਹੈ। ਤੇ ਤੂੜੀ ਹੈ ਜਿਹੜੀ ਇਹ ਤਾਂ ਫਿਰ
ਇੱਥੇ ਆਪਣਾ ਆਪਦਾ ਹੀ ਘਰ ਦਾ ਹੀ ਮਸਲਾ ਹੈ। ਅੱਛਾ ਤੂੜੀ ਘਰ ਦੀ ਹੋਈ ਹੈ। ਇੱਕ ਬੱਚਾ ਰੋਜ਼ਾਨਾ ਦੀ ਕਿੰਨੀ ਤੂੜੀ ਤੇ ਕਿੰਨਾ ਵੰਡਾ ਖਾਈ ਜਾਂਦਾ ਹੈ? ਤਕਰੀਬਨ 2 ਕਿਲੋ ਵੰਡਾ ਤੇ 5 ਤੋਂ 7 ਕਿਲੋ ਤੂੜੀ ਖਾ ਰਿਹਾ ਜੀ ਰੋਜ਼ਾਨਾ ਦੀ? ਹਾਂਜੀ। ਇੱਕ ਬੱਚੇ ਤੇ ਰੋਜ਼ਾਨਾ ਦਾ ਕਿੰਨਾ ਖਰਚਾ ਆਈ ਜਾਂਦਾ ਹੈ? ਤਕਰੀਬਨ 2 ਤੋਂ 250 ਰੁਪਏ ਜੀ। 2 ਤੋਂ 250? ਹਾਂਜੀ। 2-250 ਜ਼ਿਆਦਾ ਨਹੀਂ? ਜ਼ਿਆਦਾ ਤੇ ਹੁਣ ਫਿਰ ਇਹਨਾਂ ਨੂੰ ਭੁੱਖੇ ਤਾਂ ਨਹੀਂ ਰੱਖਣਾ। ਅੱਛਾ ਨਹੀਂ ਵੰਡੇ ਦਾ ਫਿਰ ਰੇਟ ਜ਼ਿਆਦਾ ਤੁਹਾਨੂੰ ਮਿਲਦਾ ਵੰਡੇ ਦਾ ਕਿਉਂ? ਤੂੜੀ ਤੁਹਾਡੀ ਆਪਦੀ ਹੈ। ਤੂੜੀ ਵੀ ਬੋਲੇ ਆ ਨਾ ਜੀ 700 ਨੂੰ ਬੋਲ ਰਹੀ ਹੈ। 700 ਹਾਂਜੀ ਮਨ 700 ਨੂੰ 40 ਕਿਲੋ। ਅੱਛਾ ਠੀਕ ਮਨ ਹੀ ਹੋ ਗਿਆ ਨਾ ਜੀ। ਮਣ ਹੋ ਗਿਆ। ਠੀਕ ਹੈ। ਤੇ ਵੰਡਾ ਕਰ ਲਓ ਤੁਸੀਂ ਹੁਣ 40 ਰੁਪਏ ਕਿਲੋ ਪੈਂਦਾ ਜੀ। 2 ਕਿਲੋ ਵੰਡਾ ਖਾਏਗਾ 80 ਤੇ 7 ਤੋਂ 8 ਕਿਲੋ ਤੂੜੀ ਖਾ ਜਾਂਦਾ ਹੈ ਜੀ। ਅੱਛਾ ਤੂੜੀ ਪੈ ਗਈ ਤੁਹਾਨੂੰ 35 ਰੁਪਏ ਤੇ ਇਹ ਤੁਹਾਡਾ ਖਰਚਾ 2-250 ਬਣ ਗਿਆ ਜੀ। ਤੇ ਇਹ 2-250 ਖਰਚਾ ਬਣ ਜਾਵੇ ਤੇ ਇੱਕ ਦਿਨ ਦਾ ਖਰਚਾ ਡੇਲੀ 250 ਰੁਪਇਆ ਤੇ ਮਹੀਨੇ ਦਾ ਕਿੰਨਾ ਬਣ ਗਿਆ ਜੀ? ਉਹ ਜ਼ਰਬ ਕਰ ਲੈਂਦੇ। ਚਲੋ 7000 ਹੋ ਗਿਆ ਜੀ 7000 ਕਮ ਅਜ਼ ਕਮ। ਕਮ ਸੇ ਕਮ 7000 ਇੱਕ ਬੱਚੇ ਦਾ ਮਹੀਨੇ ਦਾ। ਹਾਂਜੀ। ਤੇ 21000 ਤਿੰਨਾਂ ਮਹੀਨੇ ਦਾ ਹੋ ਗਿਆ ਜੀ। ਅੱਛਾ 21000 ਖਰਚਾ ਹੋ ਗਿਆ ਫਿਰ ਸਾਡੇ ਮੁਕੱਦਰ। ਅੱਛਾ ਤੁਸੀਂ 250 ਰੁਪਇਆ ਪਾ ਰਹੇ ਹੋ ਡੇਲੀ ਦਾ ਇਹਨਾਂ ਨੂੰ ਤੇ ਤੁਹਾਨੂੰ ਅੱਗੋਂ 250 ਦਿੰਦਾ ਪਿਆ ਡੇਲੀ ਦਾ? ਤਕਰੀਬਨ ਇਹ 3 ਮਹੀਨਿਆਂ ਬਾਅਦ ਪਤਾ ਲੱਗੇਗਾ ਜੀ। ਅੱਲਾ ਨਹੀਂ ਜੀ ਤੁਸੀਂ 250 ਲਾ ਰਹੇ ਹੋ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਡੇਲੀ ਦਾ 2 ਕਿਲੋ ਵਜ਼ਨ ਵਧਾ ਰਿਹਾ ਹੈ? 2 ਕਿਲੋ ਨਹੀਂ ਜੀ ਤਕਰੀਬਨ ਕਿਲੋ ਦੇ ਲਗਭਗ ਵਧਾ ਰਿਹਾ। ਨਹੀਂ ਕਿਲੋ ਥੋੜਾ ਹੈ ਅਗਰ ਤੁਸੀਂ ਜਿੰਨੀ ਖੁਰਾਕ ਖਰਚਾ ਜ਼ਿਆਦਾ ਹੈ ਨਾ ਜੀ। ਹਾਂਜੀ ਹਾਂਜੀ ਇਹਦੀ ਐਵਰੇਜ ਥੋੜੀ ਹੈ ਔਸਤ ਜਿਹੜੀ ਹੈ। ਸੈਲਜ ਕਿਉਂ ਨਹੀਂ ਇਸਤੇਮਾਲ ਕਰਦੇ? ਸੈਲਜ ਜੀ ਨਹੀਂ ਅਸੀਂ ਬਣਾਇਆ ਹੀ ਨਹੀਂ ਹੈਗਾ ਤੇ ਮੁੱਲ ਲੈ ਕੇ ਉਹ ਵੀ ਮਹਿੰਗਾ ਪੈਂਦਾ ਜੀ 40 ਰੁਪਏ ਕਿਲੋ ਦੇ ਰਹੇ ਨੇ। ਅੱਛਾ ਸਰ ਇਹਨਾਂ ਤੇ ਇੰਨਾ ਖਰਚਾ ਕਰਨ ਤੋਂ ਬਾਅਦ 3 ਮਹੀਨੇ ਬਾਅਦ ਤੁਹਾਨੂੰ ਇਹ ਕੀ ਕੋਈ ਪ੍ਰੋਫਿਟ ਦੇ ਜਾਂਦੇ ਨੇ? ਇਹ ਸਾਨੂੰ ਕੋਈ 5000 7000 ਰੁਪਇਆ ਫੀ ਬੱਚਾ ਬਚਾਵੇਗਾ ਨਾ ਜੀ। ਅੱਲਾ ਖੈਰ ਰੱਖੇ। ਠੀਕ ਹੈ। ਇਸ ਤੋਂ ਪਹਿਲੇ ਤੁਸੀਂ 4 ਫਲਾਗ ਕੱਢੇ ਨੇ ਉਹਨਾਂ ਦਾ ਤਜਰਬਾ ਕਿਹਦਾ ਰਿਹਾ? ਉਹਨਾਂ 'ਚ ਪ੍ਰੋਫਿਟ ਦਾ ਜਿਹੜਾ ਮਾਰਜਨ ਸੀ ਉਹ ਕਿੰਨਾ ਸੀ? ਮਾਰਜਨ ਆਇਆ ਸੀ 5 ਤੋਂ 7000 ਰੁਪਇਆ ਹੀ ਬਸ। ਇਹ ਇੱਕ ਬੱਚੇ ਦਾ? ਇੱਕ ਬੱਚੇ ਦਾ। ਇਹ 3 ਮਹੀਨੇ 'ਚ? 3 ਮਹੀਨਿਆਂ 'ਚ। ਠੀਕ। ਤੇ ਉਹਨੇ ਅੰਦਾਜ਼ਾ ਇਹ ਕਿ ਇੰਨੇ ਕੁ ਨਿਕਲ ਆਵੇਗਾ? ਇੰਨੇ ਕੁ ਨਿਕਲ ਆਉਣਗੇ ਜੀ। ਅੱਲਾ ਖੈਰ ਰੱਖੇ। ਅੱਛਾ ਤੁਹਾਡਾ ਮੁਕੰਮਲ ਸੈੱਟ ਕਿੰਨੇ ਫੁੱਟ ਲੰਬਾਈ 'ਚ? ਇਹ ਕਿੰਨੇ ਮਰਲੇ 'ਚ 10 ਚਲੋ? ਇਹ ਮਰਲੇ ਨਹੀਂ ਤੇ ਤਕਰੀਬਨ ਹੈਗਾ 200 ਫੁੱਟ ਲੰਬਾਈ ਹੈਗੀ ਇਹਦੀ। ਅੱਛਾ ਜੀ। 120 ਫੁੱਟ ਚੌੜਾਈ ਹੈ ਤੇ ਬਾਕੀ ਕਵਰ ਤਾਂ ਅਸੀਂ ਅੱਧਾ ਹੀ ਕੀਤਾ ਨਾ ਜੀ। ਇਹ ਦਵਾੜੇ ਵਿੱਚ ਹੈ ਸਾਰਾ? ਇਹ ਸਾਰਾ ਦਵਾੜੇ ਵਿੱਚ ਹਾਂਜੀ 4 ਕਨਾਲਾਂ ਦੇ ਵਿੱਚ? ਹਾਂਜੀ ਠੀਕ। 4 ਕਨਾਲੇ ਤੇ ਜਿੰਦੇ ਵਿੱਚੋਂ ਨਾ 100 ਫੁੱਟ ਲੰਬਾਈ ਇੱਧਰ ਹੈ 120 ਇੱਧਰ ਹੈ ਤਕਰੀਬਨ 2 ਕਨਾਲਾਂ ਬਣ ਜਾਂਦੀਆਂ ਜੀ। ਤੇ ਜਿਹੜਾ ਤੁਹਾਡਾ ਸਰ ਸ਼ੈੱਡ ਦੋਨੋਂ ਸਾਈਡਾਂ ਤੇ ਵੇ ਸ਼ੈੱਡ ਦੀ ਲੰਬਾਈ ਤੇ ਚੌੜਾਈ ਕਿੰਨੀ ਹੈ? ਸ਼ੈੱਡ ਦੀ ਲੰਬਾਈ ਹੈ ਜੀ 85 ਫੁੱਟ ਹੈ ਚੌੜਾਈ 16 ਫੁੱਟ ਹੈ। ਸਰ ਜਦੋਂ ਤੁਸੀਂ ਜਾਨਵਰ ਮੰਡੀ ਚੋਂ ਲੈ ਕੇ ਆਉਂਦੇ ਹੋ ਇਹਨਾਂ ਦੀ ਜਿਹੜੀ ਵੈਕਸੀਨੇਸ਼ਨ ਡੀਵਰਮਿੰਗ ਵਗੈਰਾ ਕਰਦੇ ਹੋ ਉਹ ਕਿੰਨੇ ਅਰਸੇ ਬਾਅਦ ਕਰਦੇ ਹੋ? ਇਹਨਾਂ ਦੇ ਬਾਰੇ 'ਚ ਤਫਸੀਲ ਨਾਲ ਦੱਸੋ। ਤੇ ਚੌਧਰੀ ਸਾਹਿਬ ਗੱਲ ਹੈ ਵੀ ਜਿੱਦਣ ਅਸੀਂ ਲਿਆਣੇ ਨੇ ਨਾ ਇਹਨਾਂ ਨੂੰ ਅਸੀਂ ਨਿਰਦਾਨ ਦੇਣੀ ਹੈ। ਠੀਕ ਹੈ। ਤਕਰੀਬਨ 15 ਦਿਨਾਂ ਬਾਅਦ ਫਿਰ ਅਸੀਂ ਦੁਬਾਰਾ ਉਹਨੂੰ ਦੁਹਰਾਉਣਾ ਹੈ। ਬਸ 15 ਦਿਨਾਂ ਦੇ ਵਕਫੇ ਨਾਲ ਨਾ ਫਿਲਹਾਲ ਅਸੀਂ ਤਾਂ ਇਹਨਾਂ ਨੂੰ ਲਿਆਂਦਾ ਇੱਕਾ ਦੁੱਕਾ ਕਰਕੇ ਕਦੇ 10 ਲਿਆਂਦੇ ਕਦੇ 5 ਲਿਆਂਦੇ। ਕੋਈ ਮਤਵਾਤਰ ਟਾਈਮ ਟੇਬਲ ਨਹੀਂ ਹੈਗਾ। ਅੱਛਾ ਯਾਨੀ ਕਿ 3 ਮਹੀਨੇ ਦੇ ਅਰਸੇ ਦੇ ਦੌਰਾਨ ਤੁਸੀਂ ਇਹਨਾਂ ਦੀ 2 ਦਫਾ ਵੈਕਸੀਨੇਸ਼ਨ ਕਰਦੇ ਹੋ। ਇਸ ਤੋਂ ਇਲਾਵਾ ਇਹਨਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਹੁੰਦੀ ਹੈ? ਬਿਮਾਰੀ ਬਸ ਜੀ ਮੂੰਹ ਖੋਰ ਤੋਂ ਅੱਲਾ ਕਰੇ ਬਚਿਆ ਰਵੇ ਫਿਰ ਕੋਈ ਨਹੀਂ ਰੌਲਾ ਹੈਗਾ ਜੀ। ਲੰਗੜਾ ਤਾਂ 60 ਫੇਟ ਤਾਂ ਫਿਰ ਇਹਨਾਂ ਦੀ ਸ਼ਰਾਰਤ ਦੀ ਵਜ੍ਹਾ ਨਾਲ ਹੀ ਲੱਗਦੀ ਨਾ ਜੀ। ਮੂੰਹ ਖੋਰ ਵਾਲਾ ਜਿਹੜਾ ਕੰਮ ਹੈ ਨਾ ਜੀ ਉਹ ਔਖਾ ਹੈ। ਉਹ ਕਵਰ ਨਹੀਂ ਜਲਦੀ ਹੁੰਦਾ। ਮੂੰਹ ਖੋਰ ਦੀ ਕੀ ਵਜ੍ਹਾ ਬਣਦੀ ਹੈ? ਬਿਮਾਰੀ ਕਿਉਂ ਹੁੰਦੀ ਹੈ? ਮੌਸਮੀ ਦੇ ਲਿਹਾਜ਼ ਨਾਲ ਹੀ ਆਉਂਦੀ ਜੀ। ਇਹ ਕਿਹੜਾ ਕੋਈ ਬੰਦਾ ਲੈ ਕੇ ਆਉਂਦਾ ਜੀ। ਉਹਦਾ ਇਲਾਜ ਕੋਈ ਨਹੀਂ ਮੁਮਕਿਨ? ਹਾਂ ਵੈਕਸੀਨ ਲਾਈ ਇਹਨਾਂ ਨੂੰ ਇੱਥੇ ਛੱਡਣ ਤੋਂ ਪਹਿਲੇ ਨਹੀਂ ਇਹਨਾਂ ਤਕਰੀਬਨ ਸਾਰਿਆਂ ਨੂੰ ਲੱਗੀ ਹੈ ਜੀ। ਖੁਦਾ ਨਾ ਖਾਸਾ ਤੁਹਾਡੇ ਜਾਨਵਰ ਬਿਮਾਰ ਹੋ ਜਾਣ ਹਾਂਜੀ ਦੇਸੀ ਟੋਟਕਾ ਇਸਤੇਮਾਲ ਕਰਦੇ ਜੀ ਜਾਂ ਡਾਕਟਰੀ ਨੁਕਸਾ ਹੈ? ਜੇ ਡਾਕਟਰ ਲੇਟ ਹੋ ਜਾਵੇ ਫਿਰ ਤੇ ਫਿਰ ਚੁੱਪ ਕਰਕੇ ਬਹਿ ਜਾਈਦਾ ਜੀ। ਡਾਕਟਰ ਨਾਲ ਹੀ ਚੱਲਣਾ ਫਿਰ। ਆਮ ਰੂਟੀਨ ਵਿੱਚ ਇਹਨਾਂ ਨੂੰ ਕੋਈ ਮਿਰਚ ਮਸਾਲਾ ਵੀ ਦਿੰਦੇ ਹੋ? ਨਹੀਂ ਜੀ ਅਸੀਂ ਕੋਈ ਨਹੀਂ ਮਿਰਚ ਮਸਾਲਾ ਦਿੱਤਾ। ਲੂਣ ਨਮਕ ਹੈਗਾ ਇੱਥੇ ਫੜਿਆ ਹੁਣ ਤੁਹਾਡੇ ਸਾਹਮਣੇ। ਅੱਛਾ ਪੱਠਾ ਤੂੜੀ ਦੇ ਉੱਤੇ ਸਿੱਟ ਦੇਣਾ ਅੱਧਾ ਪੀਪਾ। ਇਹ ਆਪੇ ਖਾਦੀ ਪੀਤੀ ਜਾਣਗੇ ਵਿੱਚ। ਰੋਜ਼ਾਨਾ? ਨਹੀਂ ਇੱਕ ਟਾਈਮ ਦੇਣਾ ਹੈ। ਪਹਿਲੇ ਟਾਈਮ ਨਹੀਂ ਸਿੱਟਿਆ ਸੀ। ਹੁਣ ਅਸੀਂ ਜਦੋਂ ਪਾਣਾ ਇਹਨਾਂ ਨੂੰ ਚਾਰਾ ਉਦੋਂ ਨਮਕ ਸਿੱਟ ਦੇਣਾ ਅੱਧਾ। ਇਹਨਾਂ ਵਾਸਤੇ ਲੇਬਰ ਕਿੰਨੇ ਰੱਖਿਆ ਜੀ? ਬੰਦੇ ਕਿੰਨੇ ਰੱਖੇ ਹੋਏ ਜੀ? ਤੇ ਆਪ ਖੁਦ ਹੀ ਜੀ? ਨਹੀਂ ਨਹੀਂ 3 ਬੰਦੇ ਹੈਗੇ ਨੇ। 3 ਬੰਦੇ ਨੇ? ਹਾਂਜੀ। ਇੰਨੇ 60 ਬੱਚਿਆਂ ਵਾਸਤੇ? 60 ਬੱਚਿਆਂ ਵਾਸਤੇ। ਕੁਝ ਜੈਸੇ ਜਗ੍ਹਾ ਨੇ ਜਿੱਥੇ ਇੱਕ ਬੰਦਾ ਸੰਭਾਲ ਰਿਹਾ ਜੀ। ਇੱਕ ਬੰਦਾ ਫਿਰ ਇਹ ਵਾਹਵਾ ਮਿਹਨਤ ਦਾ ਕੰਮ ਹੈ ਨਾ ਜੀ। ਇਹਨਾਂ ਦੀ ਸਫਾਈ ਕਰਨਾ ਇਹਨਾਂ ਨੂੰ
ਪਾਣੀ ਪਿਆਣਾ ਹੈ ਜਾਂ ਵੀ ਇਹਨਾਂ ਦਾ ਖਿਆਲ ਵੀ ਤੇ ਇੱਥੇ ਰੱਖਣਾ ਨਾ। ਸਾਡੇ ਦੋਸਤਾਂ ਨੂੰ ਕੀ ਮਸ਼ਵਰਾ ਦਿਓਗੇ ਕਾਰੋਬਾਰ ਦੇ ਵਾਲੇ ਨਾਲ? ਅਸੀਂ ਤਾਂ ਨੇ ਜੀ ਅੱਲਾ ਕਰਕੇ ਹਰ ਬੰਦਾ ਹੀ ਕਰੇ, ਪ੍ਰੋਫਿਟ ਵਾਲਾ ਕੰਮ ਹੈ। ਮੌਸਮ ਦਾ ਬੜਾ ਇਹਦੇ ਤੇ ਅਸਰ ਹੈ ਜੀ। ਕੀ ਮੌਸਮ ਦੇ ਅਸਰਾਤ ਨੇ ਜ਼ਰਾ ਦੱਸ ਦਿਓ ਖੁੱਲ ਜਿਵੇਂ ਕੇ। ਜਿਸ ਤਰ੍ਹਾਂ ਹੈ ਕਿ ਲੰਘਿਆ ਨਾ ਜਾਂ 2 ਮਹੀਨੇ ਹੋ ਚੱਲੇ ਨੇ ਹਾਂਜੀ, ਤੇ ਕੋਈ ਨਹੀਂ ਏਡਾ ਫਰਕ ਨਹੀਂ ਪਿਆ ਇਹਨਾਂ ਨੂੰ ਸਰਦੀ ਦੀ ਵਜ੍ਹਾ ਤੋਂ? ਸਰਦੀ ਦੀ ਵਜ੍ਹਾ ਤੋਂ। ਬੱਚਾ ਫਾਰਮਿੰਗ ਜਿਹੜੇ ਦੋਸਤ 3 ਮਹੀਨੇ ਵਾਸਤੇ ਵੱਛੇ ਪਾਲਣਾ ਚਾਹੁੰਦੇ ਨੇ, ਹਾਂਜੀ, ਉਹ ਕਿਹੜੇ ਮੌਸਮ ਵਿੱਚ ਵੱਛੇ ਲੈ ਕੇ ਆਉਣ ਤੇ ਉਹਨਾਂ ਦੀ ਗਰੋਥ ਅੱਛੀ ਹੋਏਗੀ ਤੇ ਉਹਨਾਂ ਨੂੰ ਫਾਇਦਾ ਜ਼ਿਆਦਾ ਹੋਏਗਾ? ਤਕਰੀਬਨ ਇਹ ਜਿਹੜਾ ਜਨਵਰੀ ਚੜ ਗਿਆ, ਫਰਵਰੀ ਚੜ ਗਿਆ ਨਾ ਜੀ, ਫਰਵਰੀ ਹੈ ਨਾ ਜੀ। ਹਾਂਜੀ ਹਾਂਜੀ ਹਾਂ, ਨਵੰਬਰ ਦਸੰਬਰ ਵਿੱਚ ਨਾ ਲਵੇ ਕਿਉਂਕਿ ਅੱਗੇ ਸਰਦੀ ਦਾ ਬਹੁਤ ਜਿਹੜਾ ਨਾ ਚਾਂਸ ਹੁੰਦੇ ਨੇ। ਤੇ ਹੁਣ ਜਨਵਰੀ ਦੇ ਵਿੱਚ ਸ਼ੁਰੂ ਕਰ ਲਵੇ ਆਪਦਾ ਕਿ ਮੌਸਮ ਸੈੱਟ ਹੋਣਾ, ਜਿਹੜਾ ਜਨਵਰੀ ਫਰਵਰੀ ਮਾਰਚ 3 ਮਹੀਨੇ ਸਹੀ ਹੈ। ਤੇ ਅਗਰ ਗਰਮੀ ਜ਼ਿਆਦਾ ਹੋਏ ਉਦੋਂ ਕੀ ਹਿਸਾਬ ਹੁੰਦਾ ਇਹਨਾਂ ਦਾ? ਗਰਮੀ ਤੇ ਫਿਰ ਗਰਮੀ ਇਹ ਜਾਨਵਰ ਆਖਰੇ ਨੇ ਮਹਿਸੂਸ ਤਾਂ ਕਰਨੀ ਹੈ ਨਾ ਜੀ। ਅੱਛਾ, ਜ਼ਿਆਦਾ ਸਰਦੀ ਵੀ ਮਹਿਸੂਸ ਕਰਦਾ ਹੈ ਤੇ ਜ਼ਿਆਦਾ ਗਰਮੀ ਵੀ? ਦੋਵੇਂ ਬਰਦਾਸ਼ਤ ਕਰਨਾ ਪੈਣਾ ਇਹਨੂੰ। ਤੇ ਤੁਹਾਡੇ ਨਜ਼ਦੀਕ ਗਰਮੀ ਦਾ ਕੋਈ ਇਲਾਜ ਹੈ ਬੱਚਿਆਂ ਨੂੰ? ਕੋਈ ਸ਼ਾਇਦ ਤੁਸੀਂ ਦਿੰਦੇ ਹੋ? ਨਹੀਂ ਨਹੀਂ, ਅਸੀਂ ਕੋਈ ਸ਼ੈ ਗਲੂਕੋਜ਼ ਦਿੰਦੇ ਹੋ? ਤਕਰੀਬਨ ਪੱਖੇ ਪੁੱਖੇ ਉੱਤੇ ਲਾ ਦੇਈਦੇ ਨੇ, ਆਦਾ ਠੰਡੀ ਹਵਾ ਆਈ ਜਾਵੇਗੀ। ਤੇ ਸਰਦੀਆਂ ਦਾ ਕੀ ਨੁਸਖਾ ਹੈਗਾ ਜਿਹੜਾ ਮਿਸਾਲ ਠੰਡ ਵਾਸਤੇ? ਸਰਦੀਆਂ ਦਾ ਜੀ ਅਸੀਂ ਤਕਰੀਬਨ ਵੰਡਾ ਹੀ ਹੈ ਜਿਹੜਾ, ਇਹ ਦੱਸਦੇ ਨੇ ਇਹਦੇ ਵਿੱਚ ਗਰਮ ਚੀਜ਼ਾਂ ਹੁੰਦੀਆਂ। ਇਹ ਤਾਂ ਗੱਲ ਤੁਹਾਡੀ ਸਹੀ ਹੈ। ਤੇ ਗੁੜ ਵੀ ਤਾਂ ਲੋਕੀਆਂ ਨੇ ਨਹੀਂ, ਦੇਣਾ ਸੀ। ਗੋੜ ਅਸੀਂ ਕੋਈ ਨਹੀਂ ਦਿੱਤਾ ਜੀ, ਐਵੇਂ ਤੁਹਾਨੂੰ ਝੂਠ ਮਾਰੀ ਜਾਈਏ। ਚਲੋ ਠੀਕ ਹੋ ਗਿਆ ਜੀ, ਬਹੁਤ ਮਿਹਰਬਾਨੀ ਜੀ, ਅੱਲਾ ਹਾਫਿਜ਼। ਜੀ ਅੱਲਾ ਹਾਫਿਜ਼ ਜੀ, ਅੱਲਾ ਹਾਫਿਜ਼।